ਫਾਈਨੈਂਸ਼ੀਅਲ ਕ੍ਰਾਈਸਿਸ ਆ ਗਏ ਨੇ ਇੱਕਦਮ ਹੀ 633 ਕਰੋੜ ਦਾ ਰੈਵਨਿਊ ਜਨਰੇਟ ਕਰਨ ਦੀ ਗੱਲ ਹੋ ਰਹੀ ਸੀ 2024-25 ਦੇ ਵਿਚਕਾਰ ਤੇ ਇੱਕਦਮ ਹੀ ਫਾਈਨੈਂਸ਼ੀਅਲ ਕ੍ਰਾਈਸਿਸ ਆ ਗਏ। ਮੈਨੂੰ ਸਮਝ ਨਹੀਂ ਆ ਰਿਹਾ ਕਿ ਤਕਰੀਬਨ ਸਾਨੂੰ ਸਾਰਿਆਂ ਨੂੰ ਚੰਡੀਗੜ੍ਹ ਦੀ ਜਨਤਾ ਨੂੰ ਡੇਢ ਹਫ਼ਤਾ ਹੋ ਗਿਆ ਹੈ ਇੱਕ ਸ਼ਬਦ ਸੁਣਦੇ ਨੂੰ ਫਾਈਨੈਂਸ਼ੀਅਲ ਕ੍ਰਾਈਸਿਸ ਆਏ ਐਮਸੀ ਦੇ ਅੰਦਰ। ਮੈਂ ਤੁਹਾਨੂੰ ਹੀ ਪ੍ਰਸ਼ਨ ਪੁੱਛਾਂਗਾ, ਤੁਹਾਨੂੰ ਪਤਾ ਫਾਈਨੈਂਸ਼ੀਅਲ ਕ੍ਰਾਈਸਿਸ ਕਿੰਨੇ ਦਾ ਆਇਆ? ਤੁਸੀਂ ਦੱਸ ਦਿਓ ਸਰ ਕਿੰਨੇ ਦਾ? ਤੁਹਾਡੀ ਜਾਣਕਾਰੀ ਸ਼ਾਇਦ ਮੇਰੀ ਜਾਣਕਾਰੀ ਉਹੀ ਜਾਣਕਾਰੀ ਸਾਡੇ ਵੀ ਨਹੀਂ ਆਇਆ। ਇਹੀ ਤਾਂ ਮੈਂ ਗੱਲ ਦੱਸਣਾ ਚਾਹੁੰਦਾ ਸੀਗਾ। ਮੈਂ ਕਿਉਂ ਤੁਹਾਨੂੰ ਪ੍ਰਸ਼ਨ ਪੁੱਛਿਆ ਕਿਉਂਕਿ ਇਹ ਪ੍ਰਸ਼ਨ ਸਾਨੂੰ ਹੀ ਨਹੀਂ ਹਾਲੇ ਤੱਕ ਕਲੀਅਰ ਹੋਇਆ ਕਿ ਫਾਈਨੈਂਸ਼ੀਅਲ ਕ੍ਰਾਈਸਿਸ ਕਿੰਨੇ ਅਮਾਊਂਟ ਦਾ ਹੈ। ਵੈਨ ਇਟ ਇਜ਼ ਨਾਟ ਕਲੀਅਰ ਦ ਅਮਾਊਂਟ ਇਜ਼ ਨਾਟ ਕਲੀਅਰ ਤਾਂ ਇਹ ਫਾਈਨੈਂਸ਼ੀਅਲ ਕ੍ਰਾਈਸਿਸ ਕਿਹਦੀ ਡਿਸਕਸ਼ਨ ਚੱਲ ਰਹੀ ਹੈ ਇੱਥੇ? ਇਹ ਸ਼ਿਕੂਫਾ ਛੱਡਿਆ ਗਿਆ। ਮੈਂ ਬਾਰ-ਬਾਰ ਦੱਸ ਰਿਹਾ ਹੋਇਆ ਕੀ ਹੈ ਕਿ ਇੰਡੀਆ ਅਲਾਇੰਸ ਦਾ ਹੁਣ ਮੇਅਰ ਤੇ ਐਮਪੀ ਬਣ ਚੁੱਕਿਆ। ਹੁਣ ਇੰਡੀਆ ਅਲਾਇੰਸ ਨੇ ਇਲੈਕਸ਼ਨ ਲੜੇ ਸੀਗੇ। ਮਨੀਸ਼ ਤਿਵਾੜੀ ਦੇ ਮੈਨੀਫੈਸਟੋ ਕੀ ਕਿਹਾ ਸੀਗਾ? 30,000 ਰੁਪਏ 30,000 ਲੀਟਰ ਜਿਹੜਾ ਮੁਫਤ ਮੈਂ ਆਉਂਦੇ ਹੀ 3 ਮਹੀਨੇ ਦੇ ਅੰਦਰ ਪਾਣੀ ਦਾ ਕਰਾਵਾਂਗਾ। ਪਾਰਕਿੰਗ ਮੈਂ ਫ੍ਰੀ ਕਰਾਵਾਂਗਾ। ਸਭ ਤੋਂ ਵੱਡੀ ਗੱਲ ਜਿਹੜੀ ਹਾਲੇ ਤੱਕ ਨਹੀਂ ਸੋਚੀ ਜਾ ਰਹੀ ਉਹ 300 ਯੂਨਿਟ ਬਿਜਲੀ ਦੇ ਮੁਫਤ ਦਿੱਤੇ ਜਾਣਗੇ। ਉਹ ਜਿਹੜੇ ਮੁਫਤ ਦੇ ਵਾਅਦੇ ਕੀਤੇ ਸੀਗੇ ਨਾ ਗਰੰਟੀ ਕਾਰਡ ਦੇ, ਉਹ ਹੁਣ ਪੂਰੇ ਨਹੀਂ ਹੋਣੇ। ਹੁਣ ਐਮਸੀ ਤੋਂ ਜਿਹੜੇ ਪੂਰੇ ਕਰਾਣੇ ਸੀਗੇ ਮੇਅਰ ਇਹਨਾਂ ਦਾ ਬਣ ਚੁੱਕਿਆ। ਹੁਣ ਜਦ ਟਾਈਮ ਆਇਆ ਡਿਲੀਵਰ ਕਰਨ ਦਾ ਤੇ ਉਹਨਾਂ ਨੇ ਸ਼ਹਿਰ ਦੀ ਜਨਤਾ ਦੇ ਅੱਗੇ ਸ਼ਿਕੂਫਾ ਛੱਡਤਾ। ਕੀ ਸ਼ਿਕੂਫਾ ਛੱਡਤਾ? ਫਾਈਨੈਂਸ਼ੀਅਲ ਕ੍ਰਾਈਸਿਸ। ਮੈਡਮ ਫਾਈਨੈਂਸ਼ੀਅਲ ਕ੍ਰਾਈਸਿਸ ਆਰ ਨਥਿੰਗ। 2023-24 ਦਾ ਬਜਟ ਇਹਨਾਂ ਨੇ ਪਾਇਆ ਸੀਗਾ। ਉਹਦੇ ਵਿੱਚ ਇਹਨਾਂ ਨੇ ਐਸਟੀਮੇਟਿਡ, ਕੈਨ ਯੂ ਬਲੀਵ ਦੈਟ ਐਸਟੀਮੇਟਿਡ ਰਿਸਿਪਟਸ ਕਹਿੰਦੇ ਇਨਕਮ ਕਹਿੰਦੇ ਕਿੰਨਾ ਪਾਇਆ ਉਹਨਾਂ ਨੇ? 530 ਕਰੋੜ ਦਾ। ਔਰ 555 ਕਰੋੜ ਤੁਹਾਨੂੰ ਆਣੇ ਹੈ ਗ੍ਰਾਂਟੀਨੇਟ। ਦੋਨੋਂ ਨੂੰ ਮਿਲਾ ਲਓ ਤਾਂ 1100 ਕਰੋੜ ਤਾਂ ਤੁਹਾਨੂੰ ਇਹ ਆ ਰਿਹਾ ਸੀਗਾ। ਉਹੀ ਤਾਂ ਹੁਣ ਝਾੜ ਪਈ ਹੈ ਐਡਮਿਨਿਸਟ੍ਰੇਸ਼ਨ ਤੋਂ ਕਿ ਜਦ ਤੁਸੀਂ ਸਾਨੂੰ ਪ੍ਰਪੋਜ਼ ਬਜਟ ਭੇਜਿਆ ਇੱਥੋਂ ਪਾਸ ਕਰਕੇ ਇੰਡੀਆ ਅਲਾਇੰਸ ਦੇ ਮੇਅਰ ਨੇ ਕਿ 188 ਕਰੋੜ ਤਾਂ ਸਿਰਫ ਪੈਟਰੋਲ ਪੰਪ ਤੋਂ ਆਉਣਾ ਹੈ। ਹੁਣ ਤੁਹਾਨੂੰ ਇਹ ਨਹੀਂ ਪਤਾ ਹੋਣਾ, ਤੁਹਾਡੇ ਕੋਲ ਡੇਟਾ ਕਿਹੜੇ 'ਤੇ ਗੱਲ ਹੋ ਰਹੀ ਬਾਰ-ਬਾਰ? ਉਹ ਹੋ ਰਹੀ ਹੈ ਸਿਰਫ ਔਰ ਸਿਰਫ ਪ੍ਰੋਪਰਟੀ ਟੈਕਸ 'ਤੇ। ਪ੍ਰੋਪਰਟੀ ਟੈਕਸ ਤੀਜੇ ਨੰਬਰ 'ਤੇ ਆਉਂਦਾ ਹੈ ਇਨਕਮ ਦੇ ਵਾਈਜ਼। ਪਹਿਲੀ ਇਨਕਮ ਜਿਹੜੀ ਹੈ ਉਹ ਪੈਟਰੋਲ ਪੰਪ ਦੀ 188 ਕਰੋੜ, ਉਹਦੇ ਬਾਅਦ ਵਾਟਰ ਚਾਰजेस, ਦੈਨ ਕਮਸ ਪ੍ਰੋਪਰਟੀ ਟੈਕਸ। ਸੋ ਪੁਆਇੰਟ ਇਹ ਹੈ ਕਿ ਇਹ ਜਿਹੜਾ ਸ਼ਿਕਵਾ ਛੱਡਾ ਗਿਆ ਹੈ ਫॉर ਦਾ ਸੇਕ ਆਫ ਕਿ ਜਿਹੜੇ ਗਰੰਟੀ ਕਾਰਡ ਦੇ ਕੇ ਝੂਠੇ ਵਾਅਦੇ ਕਰਕੇ ਇਹਨਾਂ ਨੇ ਚੰਡੀਗੜ੍ਹ ਦੀ ਜਨਤਾ ਨੂੰ ਗੁੰਮਰਾਹ ਕਰਕੇ ਜਿਹੜੀ ਵੋਟਾਂ ਲਿੱਤੀਆਂ ਸੀਗੀਆਂ, ਅੱਜ ਡਿਲੀਵਰੀ ਦਾ ਟਾਈਮ ਆਇਆ ਤੇ ਇਹ ਤੁਹਾਨੂੰ ਗੁੰਮਰਾਹ ਕਰਨ ਲਈ ਇਹ ਚੀਜ਼ਾਂ ਕੀਤੀ ਜਾ ਰਹੀਆਂ। ਅੱਛਾ, ਕਿਹਾ ਕਿ ਮੇਅਰ ਸਾਹਿਬ ਗਵਰਨਰ ਸਾਹਿਬ ਨਾਲ ਮਿਲਣ ਗਏ ਸੀ ਕਿ ਸਪੈਸ਼ਲ ਗ੍ਰਾਂਟ ਦੀ ਮੰਗ ਕੀਤੀ ਸੀ। ਉਹੀ ਤਾਂ ਮੈਂ ਗੱਲ ਕਹਿ ਰਿਹਾ। ਐਡਮਿਨਿਸਟ੍ਰੇਸ਼ਨ ਨੇ ਇਹ ਤਾਂ ਗੱਲ ਕਹੀ ਹੈ ਕਿ ਤੁਸੀਂ ਬਜਟ ਵਿੱਚ ਜਿਹੜੇ ਪੈਸੇ ਦੱਸੇ ਸੀਗੇ, ਜਿਹੜੇ ਤੁਹਾਡੀ ਇਨਕਮ ਹੈ ਉਹ ਤਾਂ ਪਹਿਲੇ ਪ੍ਰੋਕਿਊਰ ਕਰੋ। ਹਾਲੇ 210 ਕਰੋੜ ਹੀ ਤੁਸੀਂ ਇਕੱਠੇ ਕੀਤੇ 550 'ਚ, ਉਹ 340 ਕਰੋੜ ਕਿੱਥੇ ਹੈ? ਹੁਣ ਉਹਦੀ ਤਾਂ ਗੱਲ ਚੱਲ ਰਹੀ ਹੈ। ਹੁਣ ਇਹ ਕਹਿੰਦੇ ਜੀ ਪ੍ਰੋਪਰਟੀ ਟੈਕਸ ਇੰਨੇ ਲੋਕਾਂ ਨੇ ਨਹੀਂ ਦਿੱਤਾ ਤੇ ਭਈਆ ਨਹੀਂ ਦਿੱਤਾ ਉਹ ਐਡਮਿਨਿਸਟ੍ਰੇਸ਼ਨ ਤੋਂ ਨਾ ਕਲੈਕਟ ਕਰੇਗੀ, ਜਾਂ ਡੋਨਲਡ ਟਰੰਪ ਆ ਕੇ ਕਰੇਗਾ, ਜਾਂ ਯੂਨਾਈਟਿਡ ਨੇਸ਼ਨ ਕਰੇਗੀ, ਜਾਂ ਰਸ਼ੀਆ ਆ ਕੇ ਕਰੇਗਾ। ਭਈ ਐਮਸੀ ਦਾ ਪ੍ਰੈਰੋਗੇਟਿਵ ਹੈ, ਐਮਸੀ ਨੇ ਪ੍ਰੋਪਰਟੀ ਟੈਕਸ ਲਾਇਆ ਹੈ ਤਾਂ ਐਮਸੀ ਦੇ ਅਧਿਕਾਰੀ ਨੂੰ ਕਲੈਕਟ ਕਰਨਾ ਪੈਣਾ। ਐਮਸੀ ਦੇ ਅਧਿਕਾਰ ਖੇਤਰ ਅਧਿਕਾਰ ਹੈ, ਤੁਸੀਂ ਐਡਮਿਨਿਸਟ੍ਰੇਸ਼ਨ ਕੋਲ ਥੋੜ੍ਹਾ ਨਾ ਜਾ ਸਕਦੇ ਹੋ। ਕਮਿੰਗ ਬੈਕ ਟੂ ਦਾ ਪੁਆਇੰਟ, ਇਹ ਸਿਰਫ ਔਰ ਸਿਰਫ ਚੰਡੀਗੜ੍ਹ ਦੀ ਜਨਤਾ ਨੂੰ ਮੂਰਖ ਬਣਾਉਣਾ ਸੀਗਾ ਜਿਹੜੇ ਵੋਟਾਂ ਲੈ ਲਈਆਂ ਔਰ ਗੁੰਮਰਾਹ ਕਰਕੇ ਰੱਖ ਰਹੇ ਕਿਉਂਕਿ ਲੋਕਾਂ ਨੇ ਇਹਨਾਂ ਨੂੰ ਕਿਹਾ ਸੀਗਾ ਕਿ ਸਾਨੂੰ 20,000 ਲੀਟਰ ਪਾਣੀ ਕਦ ਮੁਫਤ ਕਰ ਰਹੇ ਹੋ, 300 ਯੂਨਿਟ ਬਿਜਲੀ ਤੇ ਕਦ ਦੇ ਰਹੇ ਹੋ, ਪਾਰਕਿੰਗ ਫ੍ਰੀ ਕਦ ਕਰ ਰਹੇ ਹੋ। ਹੁਣ ਜਦ ਡਿਲੀਵਰੀ ਦਾ ਮੌਕਾ ਆਇਆ ਤੇ ਇਹਨਾਂ ਨੇ ਸ਼ਿਕੂਫਾ ਛੱਡਤਾ ਕਿ ਸਾਡੇ ਕੋਲ ਫਾਈਨੈਂਸ਼ੀਅਲ ਕ੍ਰਾਈਸਿਸ ਹੈ। ਸਚਿਨ ਜੀ, ਸਭ ਤੋਂ ਵੱਡੀ ਗੱਲ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਐਮਸੀ ਅਗਰ ਚੰਡੀਗੜ੍ਹ ਦੀ ਗੱਲ ਕੀਤੀ ਜਾਏ ਫਾਈਨੈਂਸ਼ੀਅਲ ਕ੍ਰਾਈਸਿਸ ਆਏ ਨੇ, ਲੇਕਿਨ ਇਹ ਫਾਈਨੈਂਸ਼ੀਅਲ ਕ੍ਰਾਈਸਿਸ ਨੂੰ ਲੈ ਕੇ ਬਹੁਤ ਸਾਰੇ ਵਿਵਾਦ ਜੁੜ ਰਹੇ ਨੇ। ਕਿਹਾ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਫ੍ਰੀਬੀਜ਼ ਦੇਣੀ ਸੀਗੀ ਕਿਉਂਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗਠਬੰਧਨ ਸੀਗਾ। ਫ੍ਰੀ ਪਾਣੀ, ਫ੍ਰੀ 300 ਉਸਦੇ ਫ੍ਰੀ ਬਿਜਲੀ ਤੇ ਫ੍ਰੀ ਪਾਰਕਿੰਗ ਕਹਿੰਦੇ ਇਹ ਦੇ ਨਹੀਂ ਸਕਦੇ। ਇਸ ਵਾਸਤੇ ਹੁਣ ਫਾਈਨੈਂਸ਼ੀਅਲ ਕ੍ਰਾਈਸਿਸ ਆਪਣੇ ਆਪ ਨੂੰ ਘੋਸ਼ਿਤ ਕਰੀ ਐਮਸੀ। ਇਹ ਸ਼ੁਰੂ ਤੋਂ ਹੀ ਦੇਖੋ ਜੀ, ਜਦੋਂ ਦੀ ਇਹ ਗੱਲ ਅੱਜ ਦੀ ਨਹੀਂ ਹੈ, ਪਹਿਲੀ ਵਾਰ ਫਾਈਨੈਂਸ਼ੀਅਲ ਕ੍ਰਾਈਸਿਸ ਨਹੀਂ ਆਏ। ਇਸ ਤੋਂ ਪਹਿਲਾਂ ਵੀ ਕਾਰਪੋਰੇਸ਼ਨ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਰਹੀ ਹੈ। ਸਭ ਤੋਂ ਵੱਡੀ ਗੱਲ ਇਹ ਆਇਆ ਕਿਉਂ ਤੇ ਕਿਉਂ ਅਸੀਂ ਇਹੋ ਜਿਹੀ ਪੋਜੀਸ਼ਨ 'ਤੇ ਆ ਜਿੱਥੇ ਕਾਰਪੋਰੇਸ਼ਨ ਦੇ ਕੋਲ ਪੈਸਾ ਨਹੀਂ ਹੈ। ਪਹਿਲੀ ਗੱਲ ਤਾਂ ਇਹ ਕਾਰਪੋਰੇਸ਼ਨ ਦੀ ਰਿਐਲਿਟੀ ਇਹ ਹੈ, ਕਾਰਪੋਰੇਸ਼ਨ ਆਪਣੀ ਆਮਦਨ ਤੋਂ ਜ਼ਿਆਦਾ ਖਰਚਾ ਕਰਦੀ ਹੈ। ਅਨਨੈਸੈਸਰੀ ਲੋਕਾਂ ਨੂੰ ਭਰਤੀ ਕੀਤਾ ਗਿਆ ਇੱਥੇ। ਕੋਵਿਡ ਦੇ ਵਿੱਚ 60 ਤੋਂ 70 ਜਣੇ ਇਹਨਾਂ ਨੇ ਅਪਾਇੰਟ ਕੀਤੇ ਸੀਗੇ। ਅੱਜ ਕੋਵਿਡ ਨਹੀਂ ਹੈ, ਉਹ ਹਜੇ ਵੀ ਅਪਾਇੰਟਡ ਨੇ, ਉਹਨਾਂ ਨੂੰ ਕੋਈ ਕੰਮ ਨਹੀਂ ਦਿੱਤਾ ਹੋਇਆ। ਉਹ ਕਿਸੇ ਥਾਂ ਚਾਹ ਪਿਆ ਰਹੇ ਨੇ, ਕਿਤੇ ਕਿਸੇ ਨਾਲ ਸਬਆਰਡੀਨੇਟ ਕਰਕੇ ਲੱਗੇ ਹੋਏ ਨੇ। ਉਹਨਾਂ ਦੀ ਕੋਈ ਅੱਜ ਜਵਾਬਦੇਹੀ ਨਹੀਂ ਵੀ ਕੌਣ ਕਿਹੜਾ ਡਿਪਾਰਟਮੈਂਟ ਉਹਨਾਂ ਨੂੰ ਤਨਖਾਹ ਦੇ ਰਿਹਾ ਤੇ ਉਹ ਹੁਣ ਕਿਉਂ ਰੱਖੇ ਹੋਏ ਨੇ। ਉਹ ਕਹਿੰਦੇ ਜੀ ਆਪਦਾ ਆ ਸਕਦੀ ਹੈ ਦੁਬਾਰਾ ਵੀ, ਕਰੋਨਾ ਵਰਗੀ ਆਪਦਾ ਆ ਸਕਦੀ ਹੈ ਤਾਂ ਇਟ ਮੀਨ ਸਾਨੂੰ ਕੋਈ ਹਜ਼ਾਰਾਂ ਕਰੋੜ ਦਾ ਫੰਡ ਦੁਬਾਰਾ ਵੀ ਇਕੱਠਾ ਕਰਕੇ ਰੱਖਣਾ ਚਾਹੀਦਾ ਹੈ। ਕਾਰਪੋਰੇਸ਼ਨ ਦੇ ਕੋਲ ਹੁਣ ਦੁਕਾਨਾਂ ਨੇ, ਕਾਰਪੋਰੇਸ਼ਨ ਦੀਆਂ ਪਿੰਡਾਂ ਦੇ ਵਿੱਚ, ਕਲੋਨੀਜ਼ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ, ਉਹਨਾਂ ਦਾ ਅੱਧੀ ਤੋਂ ਵੱਧ ਦੁਕਾਨਾਂ ਦਾ ਕੋਈ ਰੈਂਟ ਨਹੀਂ ਆਉਂਦਾ। ਜਿਨ੍ਹਾਂ ਦਾ ਰੈਂਟ ਆ ਰਿਹਾ ਉਹ 500-700 ਰੁਪਏ ਆ ਰਿਹਾ, ਉਹ ਵੀ ਪਤਾ ਨਹੀਂ ਕਿਹੜੇ ਟਾਈਮ ਦਾ ਆ ਰਿਹਾ, ਨਹੀਂ ਆ ਰਿਹਾ। ਪ੍ਰੋਪਰਟੀ ਟੈਕਸ ਦਾ ਇਹਨਾਂ ਦੇ ਕੋਲ ਕੋਈ ਡਾਟਾ ਨਹੀਂ ਹੈ। 20 ਸਾਲ ਦੇ ਵਿੱਚ ਕਿੰਨਾ ਪ੍ਰੋਪਰਟੀ ਟੈਕਸ ਰਿਕਵਰ ਕੀਤਾ ਹੈ? 106 ਕਰੋੜ ਰੁਪਏ ਇਹ ਕਹਿੰਦੇ ਆ ਪੰਜਾਬ ਯੂਨੀਵਰਸਿਟੀ ਤੇ ਪੀਜੀਆਈ ਤੋਂ ਅਸੀਂ ਪ੍ਰੋਪਰਟੀ ਟੈਕਸ ਲੈਣਾ ਹੈ। 106 ਕਰੋੜ ਇੱਕ ਸਾਲ ਦਾ ਤਾਂ ਟੈਕਸ ਨਹੀਂ ਹੋ ਸਕਦਾ। ਇਹ ਕਿੰਨੇ ਟਾਈਮ ਦਾ ਟੈਕਸ ਇਕੱਠਾ ਹੋ ਰੱਖਿਆ ਹੈ? ਕਿਉਂ ਕਾਰਪੋਰੇਸ਼ਨ ਨੇ ਉਹਨਾਂ ਤੋਂ ਕਲੈਕਟ ਨਹੀਂ ਕੀਤਾ ਸੀਗਾ? ਐਨੇ ਟਾਈਮ ਦਾ ਇਹ ਜੋ ਪ੍ਰੋਪਰਟੀ ਟੈਕਸ ਹੈ ਕਿਵੇਂ ਇੰਨਾ ਇਕੱਠਾ ਹੋ ਗਿਆ? ਲੇਕਿਨ ਇੱਥੇ
ਸਵਾਲ ਇਹ ਵੀ ਉੱਠਦਾ ਨਾ, ਪ੍ਰੋਪਰਟੀ ਟੈਕਸ ਮੇਅਰ ਨੇ ਤਾਂ ਇਕੱਠਾ ਕਰਨਾ ਨਹੀਂ ਹੈਗਾ, ਇਹ ਤਾਂ ਅਧਿਕਾਰੀਆਂ ਨੇ ਕਰਨਾ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਨੇ ਕਿਉਂ ਨਹੀਂ ਕੀਤਾ। ਉਹਨਾਂ ਅਧਿਕਾਰੀਆਂ ਦੇ ਉੱਤੇ ਗਾਜ਼ ਗਿਣਨੀ ਚਾਹੀਦੀ ਹੈ ਕਿ ਇਤਨੇ ਟਾਈਮ ਹੋ ਗਿਆ, ਪ੍ਰੋਪਰਟੀ ਟੈਕਸ ਕਿਉਂ ਨਹੀਂ ਲਿਆ ਗਿਆ। ਬਿਲਕੁਲ ਜੀ ਬਿਲਕੁਲ। ਦੇਖੋ, ਇਹ ਮੇਅਰ ਸਿਰਫ ਇੱਕ ਰਨ ਕਰਦਾ 1 ਸਾਲ ਦੇ ਲਈ, ਹਰ ਸਾਲ ਮੇਅਰ ਚੇਂਜ ਹੁੰਦਾ, ਜਿੰਨੇ ਕੁ ਸਮਝ ਆਉਂਦਾ ਹੈ ਉਹਨੇ 'ਚ ਟਾਈਮ ਟੱਪ ਜਾਂਦਾ ਹੈ। ਆਫੀਸਰ ਦੀ ਗਲਤੀ ਹੈ, ਆਫੀਸਰਸ ਵੀ ਇੱਥੇ ਹਨੀਮੂਨ ਪੀਰੀਅਡ ਤੇ ਆਉਂਦੇ ਆ, 3 ਸਾਲ ਦੀ ਡੈਪੂਟੇਸ਼ਨ ਹੁੰਦੀ ਹੈ, ਉਹ ਵੀ ਸੋਚਦੇ ਵੀ ਅਸੀਂ ਵੀ ਬਸ ਜਿਵੇਂ ਦਾ ਸਿਸਟਮ ਚੱਲ ਰਿਹਾ ਸਿਸਟਮ ਦੇ ਨਾਲ ਹੀ ਚੱਲੀਏ। ਸਿਸਟਮ ਨੂੰ ਕੋਈ ਕਾਊਂਟਰ ਕਰਕੇ ਕੰਮ ਕਰਨਾ ਨਹੀਂ ਚਾਹੁੰਦਾ। ਅਸੀਂ ਇਹ ਭਾਵੇਂ ਡੰਪਿੰਗ ਗਰਾਊਂਡ ਸੀਗਾ, ਉਹ ਮੁੱਦਾ ਕਦੇ ਸੋਲਵ ਨਹੀਂ ਹੋਇਆ। ਅਸੀਂ ਬਹੁਤ ਪ੍ਰੋਜੈਕਟ ਦੇਖੇ ਆ, ਜਿਹੜਾ ਅਫਸਰ ਆਉਂਦਾ ਬਸ ਇਹ ਸੋਚਦਾ ਵੀ ਮੇਰੀ ਬਸ ਡੈਪੂਟੇਸ਼ਨ ਤੇ ਆ, ਮੈਂ ਜਲਦੀ ਵਾਪਸ ਚੱਲ ਜਾਵਾਂਗਾ, ਮੈਂ ਇੱਥੇ ਕੋਈ ਲੰਬਾ ਪੀਰੀਅਡ ਜਾਂ ਮੇਰੀ ਜਵਾਬਦੇਹੀ ਨਹੀਂ ਹੈ, ਮੈਂ ਲੰਬਾ ਟਾਈਮ ਇੱਥੇ ਨਹੀਂ ਰਹੂੰਗਾ। ਜੋ ਵੀ ਬ੍ਰਾਂਚ ਸੀਗੀ, ਪਰਟੀਕੂਲਰ ਬ੍ਰਾਂਚ ਸੀ, ਆਫੀਸਰ ਸੀ, ਉਹਨਾਂ ਦਾ ਪੂਰੀ ਜ਼ਿੰਮੇਵਾਰੀ ਬਣਦੀ ਹੈ। ਉਹਨਾਂ ਨੇ ਕਿਉਂ ਪ੍ਰੋਪਰਟੀ ਟੈਕਸ ਕਲੈਕਟ ਨਹੀਂ ਕੀਤਾ? ਸਹੀ ਗੱਲ ਹੈ, ਸਾਥੀ ਕਾਉਂਸਲਰਸ ਨੇ ਕਿਹਾ ਸੀਗਾ ਵੀ ਪ੍ਰੋਪਰਟੀ ਟੈਕਸ ਪਿੰਡਾਂ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਇਹੋ ਜਿਹੇ ਲੋਕ ਨੇ ਜੋ ਪ੍ਰੋਪਰਟੀ ਟੈਕਸ ਨੂੰ ਸੀਰੀਅਸ ਹੀ ਨਹੀਂ ਲੈਂਦੇ, ਵੀ ਅਸੀਂ ਪੇ ਨਾ ਹੀ ਕਰਨਾ ਵਾਜਿਬ ਸਮਝਦੇ ਨੇ। ਅੱਜ ਇਹੋ ਜਿਹੀ ਪੋਜੀਸ਼ਨ ਆ ਗਈ ਹੈ ਕਾਰਪੋਰੇਸ਼ਨ ਦੀ, ਈਵਨ ਅਸੀਂ ਫੀਲ ਕਰ ਰਹੇ ਹਾਂ, ਅਸੀਂ ਤਾਂ ਸਾਰੇ ਕਾਉਂਸਲਰਸ ਨੇ ਕਹਿਤਾ ਹੈ ਅਸੀਂ ਆਪਣੀ 1 ਮਹੀਨੇ ਦੀ ਤਨਖਾਹ ਦੇਣ ਨੂੰ ਰਾਜੀ ਹਾਂ। ਕਿ ਆਫੀਸਰਸ ਆਪਣੀ 1 ਮਹੀਨੇ ਦੀ ਸੈਲਰੀ ਦੇਣਗੇ? ਅਸੀਂ ਜੋ ਪੱਤਾ ਸਾਡਾ ਹੈਗਾ 15,000 ਰੁਪਇਆ, ਅਸੀਂ ਜੋ ਵੀ ਪੱਤਾ ਹੈ ਸਾਡਾ, ਅਸੀਂ ਦੇਣ ਨੂੰ ਰਾਜ਼ੀ ਹਾਂ, ਅਸੀਂ 1 ਮਹੀਨੇ ਨਹੀਂ ਲੈਂਦੇ। ਕੀ ਆਫੀਸਰ ਸਾਰੇ ਚੁੱਪ ਹੋ ਗਏ? ਕਿਸੇ ਆਫੀਸਰ ਨੂੰ ਜਵਾਬ ਨਹੀਂ ਆਇਆ ਵੀ ਕਿਉਂ ਲੱਖ 1.5 ਲੱਖ ਸੈਲਰੀ ਛੱਡ ਦਿਓ ਤੁਸੀਂ। ਤਾਂ ਇਹ ਕਾਰਪੋਰੇਸ਼ਨ ਨੂੰ ਕਿਤੇ ਨਾ ਕਿਤੇ ਡਿਫੇਮ ਕਰਨ ਦੀ ਆਦਤ ਹੋਈ ਹੈ। ਇੰਨੀ ਵੈਲ ਮੈਨੇਜ ਕਾਰਪੋਰੇਸ਼ਨ ਸੀਗੀ ਚੰਡੀਗੜ੍ਹ ਦੀ ਐਜ਼ ਕੰਪੇਅਰ ਟੂ ਮੋਹਾਲੀ, ਜਲੰਧਰ ਜਾਂ ਕਿਤੇ ਵੀ ਪੰਚਕੂਲਾ ਮੀਟਿੰਗਾਂ ਵੀ ਨਹੀਂ ਹੁੰਦੀਆਂ। ਤਾਂ ਇਸ ਵੈਲ ਮੈਨੇਜ ਕਾਰਪੋਰੇਸ਼ਨ ਨੂੰ ਇਹਨਾਂ ਨੇ ਬਹੁਤ ਗਲਤ ਤਰੀਕੇ ਨਾਲ ਹੈਂਡਲ ਕੀਤਾ। ਕਿਸੇ ਅਫਸਰ ਨੇ ਕੋਈ ਠੀਕ ਕੰਮ ਨਹੀਂ ਕੀਤਾ। ਅੱਜ ਇਹ ਪੋਜੀਸ਼ਨ ਆ ਗਈ ਹੈ, ਆਉਣ ਵਾਲੇ ਸਮੇਂ ਦੇ ਵਿੱਚ ਕਾਰਪੋਰੇਸ਼ਨ ਦੇ ਕਰਮਚਾਰੀਆਂ ਨੂੰ ਤਨਖਾਹ ਵੀ ਨਹੀਂ ਮਿਲਣੀ। ਕਿਉਂਕਿ ਰੈਵਨਿਊ ਜਨਰੇਟ ਗੱਲ ਦੀ ਕਰਨ 633 ਕਰੋੜ ਤੱਕ ਦੀ ਗੱਲ ਕਹੀ ਗਈ ਸੀਗੀ 2024-25 ਦੇ ਵਿਚਕਾਰ, ਲੇਕਿਨ ਇਹ ਆਈ ਥਿੰਕ ਜੋ ਕ੍ਰਾਈਸਿਸ ਆ ਗਏ ਇਸ ਤੇ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿਚਕਾਰ ਆંકੜਾ ਕਿੰਨਾ ਕੁ ਹੈਗਾ, ਕੁਝ ਆਈਡੀਆ ਲੱਗ ਪਾਇਆ? ਕਿਉਂਕਿ ਮੇਅਰ ਸਾਹਿਬ ਕਹਿੰਦੇ ਮੈਨੂੰ ਕੁਝ ਆਈਡੀਆ ਨਹੀਂ ਹੈਗਾ, 200 ਕਰੋੜ ਦੇ ਕਰੀਬ ਉਹ ਦੱਸ ਰਹੇ ਨੇ। ਦੇਖੋ ਜੀ, ਆਈਡੀਆ ਪਰਫੈਕਟ ਕੋਈ ਫਿਗਰ ਤਾਂ ਹਜੇ ਕੁਝ ਕਹਿ ਨਹੀਂ ਸਕਦੇ। ਇਹਨਾਂ ਨੂੰ ਕਿਹਾ, ਅੱਜ ਵੀ ਦੇਖੋ ਜਦੋਂ ਕਿਹਾ ਸੀਗਾ ਵੀ ਤੁਸੀਂ ਡਾਟਾ ਪ੍ਰੋਵਾਈਡ ਕਰੋ ਵੀ 20 ਸਾਲ ਕਿੰਨਾ ਪ੍ਰੋਪਰਟੀ ਟੈਕਸ ਆਇਆ ਹੈ, ਕਿੰਨਾ ਸਾਨੂੰ ਨਹੀਂ ਮਿਲਿਆ, ਪਰ ਜਵਾਬ ਨਹੀਂ ਹੈ। ਉਹਦੇ ਵਿੱਚ ਕਹਿ ਰਹੇ ਸੀ 10 ਸਾਲ ਦਾ ਲੈ ਲਓ, 4 ਸਾਲ ਦਾ ਕਿਉਂ ਲੈ ਲਓ? 2004 ਤੋਂ ਪ੍ਰੋਪਰਟੀ ਟੈਕਸ ਲੱਗਿਆ ਸੀਗਾ, 20 ਸਾਲ ਦਾ ਡਾਟਾ ਚਾਹੀਦਾ। ਕਿੰਨੇ ਕੁ ਲੋਕ ਨੇ, ਡਿਫਾਲਟਰ ਲਿਸਟ ਕਿਹੜੀ ਹੈ, ਕੀ ਐਕਸ਼ਨ ਉਹਨਾਂ ਤੇ ਅਸੀਂ ਲਵਾਂਗੇ? ਕਾਰਪੋਰੇਸ਼ਨ ਕੋਲ ਰੈਵਨਿਊ ਜਨਰੇਟ ਕਰਨ ਦੇ ਬਹੁਤ ਤਰੀਕੇ ਨੇ, ਪਰ ਕਰਦੇ ਨਹੀਂ ਹੈ। UT ਗੈਸਟ ਹਾਊਸ ਹੈ ਜਾਂ ਪੰਜਾਬ ਯੂਨੀਵਰਸਿਟੀ ਦਾ ਵੀ ਇਹ ਗੈਸਟ ਹਾਊਸ ਹੈ, ਤੁਸੀਂ ਕਾਰਪੋਰੇਸ਼ਨ ਦੇ ਗੈਸਟ ਹਾਊਸ ਕਿਉਂ ਨਹੀਂ ਬਣਾਉਂਦੇ? ਮਿਊਨਿਸਪਲ ਕਾਰਪੋਰੇਸ਼ਨ ਦੇ ਨਾਲੇ ਜਿੱਥੇ ਤੁਸੀਂ ਕਮਿਊਨਿਟੀ ਸੈਂਟਰ ਬਣਾ ਰਹੇ ਹੋ ਉਹਦੇ ਨਾਲ ਹੀ ਤੁਹਾਨੂੰ ਗੈਸਟ ਹਾਊਸ ਬਣਾ ਦੇਣਾ ਚਾਹੀਦਾ ਹੈ। ਕਮਰੇ ਦਿਓ ਲੋਕਾਂ ਨੂੰ, 500,000 ਰੁਪਏ ਤੁਹਾਨੂੰ ਰੈਵਨਿਊ ਜਨਰੇਟ ਹੋ ਜਾਊਗਾ। ਅਸੀਂ ਅੱਜ ਚੰਡੀਗੜ੍ਹ ਦੇ ਲੋਕਾਂ ਨੇ ਵਿਆਹ ਕਰਨਾ ਹੁੰਦਾ, ਉਹ ਸਾਰੇ ਮੋਹਾਲੀ ਵੱਲ ਜਾਂਦੇ, ਹਰਿਆਣੇ ਵੱਲ ਜਾਂਦੇ ਹੈ, ਉੱਥੇ ਇਹਨੇ ਫਾਰਮਸ ਬਣੇ ਹੋਏ ਨੇ, ਉੱਥੇ ਇਹਨੇ ਮੈਰਿਜ ਪੈਲੇਸ ਬਣੇ ਹੋਏ ਨੇ। ਕਿਉਂ ਚੰਡੀਗੜ੍ਹ ਦੀ ਓਪਨ ਲੈਂਡ ਦੇ ਉੱਤੇ ਤੁਸੀਂ ਇਹੋ ਜਿਹਾ ਫਾਰਮ ਬਣਾ ਦਿਓ ਜੋ ਲੋਕਾਂ ਨੂੰ ਰੈਂਟ ਤੇ ਦਿਓ, ਜੋ ਲੋਕਾਂ ਨੂੰ ਵਿਆਹ ਤੇ ਫੰਕਸ਼ਨ ਦੇ ਲਈ ਦਿਓ। ਥੋੜੀ ਟਾਈਮ ਦੀ ਰਿਲੈਕਸੇਸ਼ਨ ਕਰੋ, 10 ਦੀ 11 ਕਰ ਦਿਓ, ਜਿੱਥੇ ਸਾਊਂਡ ਲੋਕਾਂ ਤੱਕ ਨਾ ਪਹੁੰਚ ਸਕੇ, ਪੈਸਾ ਜਨਰੇਟ ਹੋ ਜਾਊਗਾ। ਬਹੁਤ ਸਾਰੀਆਂ ਚੀਜ਼ਾਂ ਨੇ ਅੱਜ, ਬਟ ਇਹ ਕਰਨਾ ਨਹੀਂ ਚਾਹੁੰਦੇ ਸ਼ਾਇਦ। ਮੈਨੂੰ ਲੱਗਦਾ ਹੈ ਓਪਨ ਗਰਾਊਂਡ ਤੁਸੀਂ ਰੈਂਟ ਤੇ ਦਿਓ, ਕਾਰਪੋਰੇਸ਼ਨ ਪੈਸਾ ਬਣਾ, ਬਹੁਤ ਮਹਿੰਗੀ ਕਾਰਪੋਰੇਸ਼ਨ ਹੈ ਇਹ ਚੰਡੀਗੜ੍ਹ ਦੀ, ਕੋਈ ਈਜ਼ੀ ਨਹੀਂ ਹੈ, ਪਰ ਇਹ ਸ਼ਾਇਦ ਬਹੁਤ ਸਾਰੇ ਤਰੀਕੇ ਪੈਸਾ ਬਚਾ ਸਕਦੇ ਆ। ਛਟਣੀ ਕਰੋ, ਦੇਖੋ ਕਿੰਨੇ ਵਰਕਰ ਕਾਰਪੋਰੇਸ਼ਨ ਦੇ ਕੋਲ, ਕਿੰਨੇ ਅਨਨੈਸੈਸਰੀ ਲੋਕ ਲੱਗੇ ਹੋਏ ਨੇ ਜਿਨ੍ਹਾਂ ਦੀ ਕੋਈ ਜਵਾਬਦੇਹੀ ਨਹੀਂ, ਕੰਮ ਹੀ ਕੀ ਕਰਦੇ ਪਤਾ ਹੀ ਨਹੀਂ ਚੱਲਦਾ। ਅੱਧੇ ਤਾਂ ਬਸ ਠੀਕ ਹੈ ਜੀ, ਇੱਕ ਚਾਪਲੂਸੀ ਕਰਨ ਵਾਸਤੇ ਰੱਖੇ ਹੋਏ ਨੇ, ਨਾਲ ਲਾਏ ਹੋਏ ਨੇ, ਪੁਰਾਣੇ ਲੱਗੇ ਹੋਏ ਆ, ਕਿਸੇ ਨੇ ਰਖਵਾਤੇ ਸੀਗੇ ਕਹਿ ਕੇ ਅਪਲਾਈਜ਼ ਕਰਾ ਕੇ, ਉਹੀ ਅੱਜ ਲੱਗੇ ਹੋਏ ਨੇ। ਤਾਂ ਇਹਨਾਂ ਨੂੰ ਆਪਣੇ ਅੰਦਰ ਝਾਕਣਾ ਚਾਹੀਦਾ ਹੈ। ਕਮੀਆਂ ਕਾਰਪੋਰੇਸ਼ਨ ਦੀ ਵਰਕਿੰਗ ਦੇ ਵਿੱਚ ਹੈਗੀ ਤੇ ਅਫਸਰ ਇਹਦੇ ਲਈ ਸਰੇਆਮ ਜ਼ਿੰਮੇਦਾਰ ਹੈ। ਆਪ ਪਾਰਸ਼ਦ ਦਮਨ ਜੀ ਸਾਡੇ ਨਾਲ ਮੌਜੂਦ ਹੈ। ਸਰ, ਫਾਈਨੈਂਸ਼ੀਅਲ ਕ੍ਰਾਈਸਿਸ ਨੂੰ ਲੈ ਕੇ ਬੜੇ ਸਾਰੇ ਸਵਾਲ ਉੱਠ ਰਹੇ ਨੇ। ਕਿਹਾ ਜਾ ਰਿਹਾ ਕਿ ਜੋ ਫ੍ਰੀਬੀਜ਼ ਤੁਸੀਂ ਦੇਣੀ ਸੀਗੀ, ਜਿਸ ਦਾ ਟਾਈਮ ਆ ਗਿਆ ਦੇਣ ਦਾ, ਤਾਂ ਤੁਸੀਂ ਕਿਹਾ ਕਿ ਸਾਡੇ ਕੋਲ ਹੁਣ ਪੈਸੇ ਹੀ ਨਹੀਂ ਹੈਗੇ ਆ। ਦੇਖੋ, ਅਸੀਂ ਅੱਜ ਵੀ ਆਪਣੀ ਗੱਲਾਂ ਤੇ ਸਟੈਂਡ ਖੜੇ ਆ। ਜਿੱਥੇ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਚਾਹੇ ਦਿੱਲੀ ਚਾਹੇ ਪੰਜਾਬ, ਗੁੱਡ ਗਵਰਨੈਂਸ ਦਾ ਮਾਡਲ ਹੈ। ਜੋ ਫ੍ਰੀਬੀਜ਼ ਦੀ ਗੱਲ ਕੀਤੀ, ਜੋ ਜਨਤਾ ਦੇ ਟੈਕਸ ਦਾ ਪੈਸਾ ਜਨਤਾ ਨੂੰ ਦੇਣ ਦੀ ਗੱਲ ਕੀਤੀ, ਉਹ ਦਿੱਤਾ। ਇਹਨੂੰ ਫ੍ਰੀਬੀਜ਼ ਦਾ ਨਾਮ ਨਾ ਦਿੱਤਾ ਜਾਵੇ, ਪਹਿਲੀ ਗੱਲ। ਦੂਜੀ ਗੱਲ, ਇਹ ਭਾਜਪਾ ਦੀ ਕਥਨੀ ਤੇ ਕਰਨੀ 'ਚ ਬੜਾ ਫਰਕ ਹੈ। ਜਦੋਂ ਤੋਂ ਸ਼ਹਿਰ ਦੇ ਵਿੱਚ ਸਾਡੇ ਗਠਬੰਧਨ, ਇੰਡੀਆ ਗਠਬੰਧਨ ਦੇ ਮੇਅਰ ਬਣੇ ਨੇ ਔਰ MP ਬਣੇ ਨੇ, ਸਾਡੀ ਗ੍ਰਾਂਟਿੰਗ ਏਡ ਰੋਕੀ ਜਾ ਰਹੀ ਹੈ। ਪਹਿਲਾਂ ਕੀ ਹੁੰਦਾ ਸੀ, ਗ੍ਰਾਂਟਿੰਗ ਏਡ ਆਉਂਦੀ ਸੀ, ਕੁਝ ਰੈਵਨਿਊ ਕਲੈਕਟ ਹੁੰਦਾ ਸੀਗਾ ਕਾਰਪੋਰੇਸ਼ਨ ਦਾ, ਤੇ ਕਾਰਪੋਰੇਸ਼ਨ ਸਮੂਥਲੀ 2024-25 ਦੇ ਵਿਚਕਾਰ ਹਲੇ ਤੱਕ ਰੈਵਨਿਊ ਜਨਰੇਟ ਹੀ ਨਹੀਂ ਹੋਇਆ, ਹਜੇ ਤੱਕ ਆਇਆ ਹੀ ਨਹੀਂ। ਰੈਵਨਿਊ ਤਾਂ ਜਨਰੇਟ ਹੋ ਰਿਹਾ, ਬਟ ਗ੍ਰਾਂਟਿੰਗ ਏਡ ਰੁਕੀ ਪਈ ਹੈ ਨਾ ਜੀ। ਗ੍ਰਾਂਟਿੰਗ ਏਡ ਸਾਡੀ 100 ਕੁਛ ਕਰੋੜ ਰੁਕੀ ਪਈ ਹੈ, ਜਿਹੜੀ ਨਹੀਂ ਆ ਰਹੀ। ਪਹਿਲਾਂ ਆਂਦੀ ਸੀਗੀ, ਕੁਆਟਰਲੀ ਆਂਦੀ ਸੀ, ਹੁਣ ਇਹ ਮੰਥਲੀ ਦੇ ਰਹੇ ਨੇ, ਤੇ ਮੰਥਲੀ 15 ਦਿਨ ਕਾਗਜ਼ਾਂ 'ਚ ਹੀ ਲੰਘ ਜਾਂਦੇ ਨੇ, ਫਿਰ ਅਗਲੇ ਮਹੀਨੇ ਦੀ ਖੜੀ ਹੋ ਜਾਂਦੀ ਹੈ, ਫਿਰ ਅਗਲੇ ਮਹੀਨੇ ਦੀ ਖੜੀ ਹੁੰਦੀ। ਸੋ ਇਹਦੇ ਵਿੱਚ ਕਿਉਂਕਿ ਪਿੱਛੇ ਕੋਡ ਆਫ ਕੰਡਕਟ ਵੀ ਲੱਗਾ ਸੀ, ਤਾਂ ਉਦੋਂ ਵੀ ਕੋਈ ਫਾਈਲ ਪ੍ਰੋਸੈਸ ਨਹੀਂ ਹੋਈ। ਤਾਂ ਇਹ ਜਿਹੜਾ ਟਾਈਮ ਸੀਗਾ ਸਾਡੇ ਮੇਅਰ ਸਾਹਿਬ ਦਾ, ਚਲੋ ਅੱਗੇ ਵੀ ਇੰਡੀਆ ਗਠਬੰਧਨ ਹੈ, ਪਰ ਕੋਡ ਆਫ ਕੰਡਕਟ ਦੇ ਵਿੱਚ ਵੀ ਕੋਈ ਫਾਈਲ ਨਹੀਂ ਅੱਗੇ ਚੱਲੀ ਫਾਈਨੈਂਸ ਨੂੰ ਲੈ ਕੇ। ਸੋ ਕੰਮ ਸਾਰੇ ਡਿਲੇ ਹੋ ਗਏ, ਪਹਿਲਾਂ ਕੋਡ ਆਫ ਕੰਡਕਟ ਕਰਕੇ, ਹੁਣ
ਬਟ ਮੈਂ ਅੱਜ ਮੀਡੀਆ ਦੇ ਮਾਧਿਅਮ ਰਾਹੀਂ ਧੰਨਵਾਦ ਕਰਨਾ ਚਾਹੁੰਦਾ ਮਹਾਮਹਿਮ ਜੀ ਦਾ, ਜਿਨ੍ਹਾਂ ਨੇ ਸਾਨੂੰ ਜਗਾਤਾ। ਅਸੀਂ ਉਹਨਾਂ ਕੋ ਕਟੋਰਾ ਲੈ ਕੇ ਨਹੀਂ ਜਾਣਾ, ਅਸੀਂ ਆਪਣੇ ਪੈਸੇ ਡਿਫਾਲਟਰਾਂ ਤੋਂ ਇਕੱਠੇ ਕਰਾਂਗੇ। ਕਿੰਨੇ ਸਰਕਾਰੀ ਅਦਾਰੇ ਤੁਸੀਂ ਅੱਜ ਹਾਊਸ 'ਚ ਦੇਖਿਆ ਹੋਣਾ, ਸਰਕਾਰੀ ਅਦਾਰੇ ਚਾਹੇ ਜਿਹੜਾ ਮਰਜ਼ੀ ਹੋਵੇ, ਬਾਰ-ਬਾਰ ਸੀਨੀਅਰ ਡਿਪਟੀ ਮੇਅਰ ਵੱਲੋਂ ਇਸ਼ਾਰਾ ਕੀਤਾ ਜਾਂਦਾ ਸੀ ਪੰਜਾਬ ਦਾ ਸੈਕਟਰੀਏਟ ਪੰਜਾਬ ਦਾ। ਮੈਂ ਕਹਿ ਰਿਹਾ ਜਿੰਨੇ ਵੀ ਸਰਕਾਰੀ ਅਦਾਰੇ, ਚਾਹੇ ਕੋਈ ਮਰਜ਼ੀ ਗਵਰਨਮੈਂਟ ਦਾ ਹੋਵੇ, ਕੋਈ ਮਰਜ਼ੀ ਸਟੇਟ ਦਾ ਹੋਵੇ, ਜੋ ਕਾਰਪੋਰੇਸ਼ਨ ਦਾ ਟੈਕਸ ਪੈਂਡਿੰਗ ਆ ਉਹ ਅਸੀਂ ਲਵਾਂਗੇ, ਕਿਉਂਕਿ ਅਸੀਂ ਜਨਤਾ ਦੇ ਡਿਵੈਲਪਮੈਂਟ ਦੇ ਕੰਮ ਨਹੀਂ ਰੋਕਣੇ। ਦੂਜੀ ਗੱਲ, ਪਾਣੀ ਦੇ ਜਿੰਨੇ ਡਿਫਾਲਟਰਸ ਨੇ ਅੱਜ ਦੀ ਡੇਟ 'ਚ ਕਿੰਨੇ ਡਿਫਾਲਟਰਸ ਆ ਪਾਣੀ ਦੇ, ਉਹ ਆਪਾਂ ਕਲੈਕਟ ਕਰਨਾ। ਪ੍ਰੋਪਰਟੀ ਟੈਕਸ ਦੀ ਗੱਲ ਹੋਈ, ਪ੍ਰੋਪਰਟੀ ਟੈਕਸ ਦੇ ਸੁਝਾਅ ਦਿੱਤੇ। ਪ੍ਰੋਪਰਟੀ ਟੈਕਸ ਦੀ ਗੱਲ, ਜਿਹੜੇ ਡਿਫਾਲਟਰਾਂ ਤੋਂ ਪ੍ਰੋਪਰਟੀ ਟੈਕਸ ਲੈਣਾ ਉਹ ਅਸੀਂ ਕਲੈਕਟ ਕਰੀਏ, ਤਾਂ ਜੋ ਸਾਡੇ ਜਿਹੜੇ ਕਾਰਪੋਰੇਸ਼ਨ ਦਾ ਮੰਥਲੀ ਬੋਝ ਹੈ ਨਾ, ਮੰਥਲੀ ਬੋਝ ਐਟਲੀਸਟ ਉਹ ਆਪਾਂ ਰੈਵਨਿਊ ਤੋਂ ਦੇ ਸਕੀਏ। ਮੰਥਲੀ ਬੋਝ ਜਿਵੇਂ ਕਿ ਤਨਖਾਹਾਂ, ਅਗਰ ਉਹ ਤਨਖਾਹਾਂ ਅਸੀਂ ਦੇ ਦਾਂਗੇ ਤਾਂ ਗ੍ਰਾਂਟ ਰੇਟ ਅਸੀਂ ਬੜੇ ਤਰੀਕੇ ਨਾਲ ਲਗਾ ਸਕਦੇ ਹਾਂ। ਔਰ ਕਿੰਨੇ ਕਰੋੜ ਦੇ ਫਾਈਨੈਂਸ਼ੀਅਲ ਲਾਸ ਇਸ ਵੇਲੇ ਕ੍ਰਾਈਸਿਸ ਦੇ ਵਿਚਕਾਰ ਹੈ ਐਮਸੀ? ਮੈਮ ਲੋਸ ਨਹੀਂ ਹੈ ਜੀ, ਮੇਰੇ ਹਿਸਾਬ ਨਾਲ ਕ੍ਰਾਈਸਿਸ ਮੇਰੇ ਹਿਸਾਬ ਨਾਲ 13 ਕਰੋੜ ਰੁਪਈਆ, ਜੋ ਆਪਾਂ ਪਿਛਲੇ ਹਫਤੇ ਗੱਲਬਾਤ ਕੀਤੀ ਸੀ, ਪਤਾ ਲੱਗਿਆ ਸੀ ਵੀ ਲਾਸਟ 13 ਕਰੋੜ ਰੁਪਏ ਲੈਫਟ ਹੈ। ਜੇ ਹੁਣ ਗ੍ਰਾਂਟ ਰੇਟ ਜੇ ਰੈਵਨਿਊ ਉਸ ਤੋਂ ਬਾਅਦ ਕੋਈ ਆਇਆ, ਕੋਈ ਰੈਵਨਿਊ ਜਨਰੇਟ ਹੋਇਆ ਤਾਂ ਪਤਾ ਨਹੀਂ, ਬਟ ਲਾਸਟ ਵੀਕ 13 ਕਰੋੜ। ਪਰ ਮੈਂ ਸਮਝਦਾ ਵਾਂ ਕਾਰਪੋਰੇਸ਼ਨ ਦਾ 66 ਕਰੋੜ ਰੁਪਏ ਮੈਂ ਮੰਥਲੀ ਸਰ ਕਹਿ ਰਹੇ 200 ਕਰੋੜ ਦੇ ਕਰੀਬ ਹੈਗੀ ਹੈ 200 ਕਰੋੜ ਦੇ ਕਰੀਬ ਫਾਈਨੈਂਸ਼ੀਅਲ ਕ੍ਰਾਈਸਿਸ। ਹਾਂਜੀ ਬਿਲਕੁਲ ਹੈਗੇ ਨੇ ਜੀ, ਕਿਉਂਕਿ ਜੇ ਆਪਾਂ ਇਹ ਸਿਰਫ ਫਾਈਨੈਂਸ਼ੀਅਲ ਈਅਰ ਦੇਖ ਲਿਆ 66 ਕਰੋੜ ਰੁਪਏ ਮੰਥਲੀ ਤਾਂ ਦੇਣੇ ਆ। ਇਸ ਫਾਈਨੈਂਸ਼ੀਅਲ ਈਅਰ ਜੋ 31 ਮਾਰਚ ਨੂੰ ਜਾ ਕੇ ਖਤਮ ਹੋਣਾ ਤਾਂ ਉਹਦੀ ਜਿਹੜੀ ਤਨਖਾਹਾਂ ਹੀ ਪੈਂਦੀਆਂ ਨੇ ਅੱਜ 13 ਕਰੋੜ ਰੁਪਏ, ਤੇ ਤਦ ਤੱਕ ਤਾਂ ਹੋ ਸਕਦਾ 200 ਕਰੋੜ ਹੈਗਾ। ਸਾਨੂੰ ਰੈਵਨਿਊ ਜਨਰੇਟ ਦੇ ਨਾਲ ਨਾਲ ਐਡਮਿਨਿਸਟ੍ਰੇਟਰ ਤੋਂ ਹੁਣ ਜ਼ਿਆਦਾ ਦੂਰ ਨਹੀਂ ਜਾਣਾ। ਰੀਸੈਂਟਲੀ ਸਾਡੇ ਸ਼ਹਿਰ ਦੇ ਵਿੱਚ ਇੱਕ ਬੜਾ ਵੱਡਾ ਪ੍ਰੋਗਰਾਮ ਹੋਇਆ, ਸਰਤਾਜ ਦਾ ਕਾਰਨੀਵਲ ਹੋਇਆ, ਜਗ੍ਹਾ ਜਗ੍ਹਾ ਬੋਰਡ ਲੱਗੇ ਨੇ, ਉਹ ਕਾਰਪੋਰੇਸ਼ਨ ਦਾ ਰੈਵਨਿਊ ਨਹੀਂ ਦਿੱਤਾ ਗਿਆ, ਉਹ ਵੀ ਲੈਣਾ ਚਾਹੀਦਾ। ਐਡਵਰਟਾਈਜ਼ਮੈਂਟ ਤੇ ਅੱਜ ਗੱਲ ਹੋਈ ਹੈ, ਯੂਨੀਪੋਲਸ ਤੇ ਅੱਜ ਗੱਲ ਹੋਈ ਹੈ, ਸਾਰੀ ਚੀਜ਼ਾਂ ਦੇ ਅੱਜ ਸੁਜੈਸ਼ਨ ਜਿੱਦਾਂ ਮੇਅਰ ਸਾਹਿਬ ਨੇ ਮੰਗਿਆ, ਔਰ ਹਰ ਇੱਕ ਪਾਰਸ਼ਦ ਨੇ ਆਪਣੇ ਆਪਣੇ ਵਧੀਆ ਸੁਝਾਅ ਦਿੱਤੇ ਨੇ, ਆਪਣੀ ਆਪਣੀ ਐਕਸਪਰਟਿਜ਼ ਅੱਗੇ ਰੱਖੀ ਹੈ। ਤਾਂ ਲੈਂਡ ਪੂਲਿੰਗ ਦੀ ਗੱਲ ਕੀਤੀ ਹੈ ਨੋਮੀਨੇਟਿਡ ਕਾਉਂਸਲਰ ਨੇ, ਉਹ ਵੀ ਸਾਨੂੰ ਵਧੀਆ ਜੀ। ਲੈਂਡ ਪੂਲਿੰਗ ਤੋਂ, ਲੈਂਡ ਤੋਂ ਕਿੰਨਾ ਰੈਵਨਿਊ ਜਨਰੇਟ ਹੋਏਗਾ, ਕੰਮ ਤਾਂ ਕਰੀਏ। ਗੱਲ ਇਹ ਹੈ ਵੀ ਰੈਵਨਿਊ ਜਨਰੇਟ ਅਫਸਰਾਂ ਨੇ ਕਰਨਾ, ਅਸੀਂ ਸਿਰਫ ਸੁਝਾਅ ਦੇਣੇ। ਜੇ ਅਫਸਰ ਆਪਣੀ ਆਈ ਤੇ ਆ ਜਾਣ ਰੈਵਨਿਊ ਜਨਰੇਟ ਕਰਨ ਇੱਥੇ ਵੀ ਗੱਲ ਹੈਗੀ ਹੈ, ਪ੍ਰਾਪਰਟੀ ਟੈਕਸ ਨੂੰ ਲੈ ਕੇ ਗੱਲ ਚੱਲ ਰਹੀ, ਬੋਲੇ ਇੰਨੇ ਸਾਲਾਂ ਤੋਂ ਪ੍ਰਾਪਰਟੀ ਟੈਕਸ ਹਲੇ ਤੱਕ ਜੇ ਹੈ ਆਇਆ ਨਹੀਂ ਹੈਗਾ। ਤਾਂ ਇਹ ਤਾਂ ਪ੍ਰਾਪਰਟੀ ਟੈਕਸ ਜੇ ਹੈ ਕਿਤੇ ਨਾ ਕਿਤੇ ਅਧਿਕਾਰੀਆਂ ਦਾ ਕੰਮ ਹੁੰਦਾ ਕਲੈਕਟ ਕਰਨਾ, ਇਹ ਮਤਲਬ ਪਾਰਸ਼ ਦਾ ਕੰਮ ਨਹੀਂ ਹੁੰਦਾ, ਨਾ ਹੀ ਮੇਅਰ ਦਾ ਕੰਮ ਹੁੰਦਾ। ਮੈਡਮ ਮੈਂ ਸਿਰਫ ਗਰੀਬ ਪਰਿਵਾਰ ਦੀ ਗੱਲ ਕਰਦਾ। ਇੱਕ ਗਰੀਬ ਪਰਿਵਾਰ ਨੇ ਪਾਣੀ ਦਾ ਬਿੱਲ ਨਹੀਂ ਦਿੱਤਾ, 2 ਮਹੀਨੇ ਨਹੀਂ ਦਿੱਤਾ, 3 ਮਹੀਨੇ, ਚੌਥੇ ਮਹੀਨੇ ਮੀਟਰ ਕੱਟਣ ਚੱਲ ਜਾਂਦੇ ਨੇ। ਜੇ ਕਈਆਂ ਨੇ 2004 ਤੋਂ ਕਹਿ ਰਹੇ ਵੀ ਪ੍ਰਾਪਰਟੀ ਟੈਕਸ ਨਹੀਂ ਦਿੱਤਾ, ਕਿਉਂ ਨਹੀਂ ਪ੍ਰਾਪਰਟੀ ਸੀਲ ਕਰਨਗੇ? ਅਸੀਂ ਤਾਂ ਹੁਣ ਪਾਰਸ਼ਦ ਬਣਿਆ 2004 ਤੋਂ ਪ੍ਰਾਪਰਟੀ। ਗੱਲ ਇਹ ਹੈ ਵੀ ਅਫਸਰਾਂ ਨੇ ਹੀ ਕਰਨਾ। ਅਗਰ 2 ਮਹੀਨੇ ਕਿਸੇ ਦਾ ਬਿੱਲ ਨਾ ਦਿੱਤਾ ਜਾਵੇ ਤਾਂ, ਕਿਉਂਕਿ ਬਿਜਲੀ ਜਿਹੜਾ ਮਹਿਕਮਾ ਉਹ ਐਡਮਿਨਿਸਟ੍ਰੇਸ਼ਨ ਕੋਲ ਹੈ, ਐਡਮਿਨਿਸਟ੍ਰੇਸ਼ਨ ਦੇ JSDO ਘਰ ਚੱਲ ਜਾਂਦੇ, ਤੁਹਾਡਾ ਮੀਟਰ ਪੱਟ ਕੇ ਲੈ ਕੇ ਚੱਲੇ ਆ। ਤੇ ਇਹੀ ਅਫਸਰਾਂ ਨੇ ਇੱਥੇ ਕੰਮ ਕਰਨਾ ਵੀ ਜਿੱਥੋਂ ਸਾਡਾ ਰੈਵਨਿਊ ਉਹ ਤਾਂ ਐਟਲੀਸਟ ਜਨਰੇਟ ਕੀਤਾ ਜਾਵੇ। ਸੋ ਅੱਜ ਬਹੁਤ ਹੀ ਸੁਚੱਜੇ ਢੰਗ ਨਾਲ ਜੋ ਸਾਰੇ ਪਾਰਸ਼ਦ ਆਪਣੇ ਆਪਣੇ ਸੁਝਾਅ ਦੇ ਰਹੇ ਨੇ, ਕਿਉਂਕਿ ਕਾਰਪੋਰੇਸ਼ਨ ਜਿਹੜੀ ਹੈ ਫਾਈਨੈਂਸ਼ੀਅਲ ਕ੍ਰਾਈਸਿਸ ਤੇ ਹੈ। ਅਗਰ ਇਹਦੇ ਕ੍ਰਾਈਸਿਸ ਇੱਦਾਂ ਹੀ ਰਹਿਣਗੇ ਤਾਂ ਇੱਕ ਦਿਨ ਇਹਨੂੰ ਤਾਲਾ ਲੱਗ ਜਾਏਗਾ। ਸੋ ਜ਼ਰੂਰੀ ਹੈ ਅੱਜ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਤੇ ਨਿਰਣੇ ਲੈਣਾ ਚਾਹੀਦਾ। ਅੱਛਾ, ਸਭ ਤੋਂ ਵੱਡੀ ਗੱਲ ਹੈ ਕਿ ਚੰਡੀਗੜ੍ਹ ਨਗਰ ਨਿਗਮ ਨੂੰ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿਚਕਾਰ ਕਿਹਾ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਡਿਵੈਲਪਮੈਂਟ ਦੇ ਮੁੱਦੇ ਜਿਹਨੇ ਰੁਕ ਗਏ ਨੇ ਕਿਉਂਕਿ ਪੈਸੇ ਨਹੀਂ ਨੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਥੇ ਵੱਖ-ਵੱਖ ਪਾਰਟੀ ਦੇ ਨੁਮਾਇੰਦਾ ਨੇ, ਪਾਰਸ਼ਦਾਂ ਨੇ ਵੱਖ-ਵੱਖ ਗੱਲਾਂ ਕਹੀਆਂ ਨੇ। ਪਾਰਸ਼ਦ ਦਾ ਕਹਿਣਾ ਹੈਗਾ, ਅਗਰ ਬੀਜੇਪੀ ਪਾਰਸ਼ਦਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਕਹਿੰਦੇ ਕਿ ਕਿਤੇ ਨਾ ਕਿਤੇ ਇਹ ਜੇ ਰੈਵਨਿਊ ਜਨਰੇਟ ਹੋਣਾ ਸੀ ਜੋ 2024-25 ਲਈ ਰੱਖਿਆ ਗਿਆ ਸੀ 633 ਕਰੋੜ, ਉਹ ਜਨਰੇਟ ਕਿਵੇਂ ਹੋਣਾ, ਉਸ ਦਾ ਲਈ ਇਹਨਾਂ ਨੂੰ ਖਾਕਾ ਤਿਆਰ ਹੋਣਾ ਚਾਹੀਦਾ ਸੀ। ਕਿਉਂਕਿ ਜਦ ਆਪਾਂ ਪ੍ਰਾਪਰਟੀ ਟੈਕਸ ਦੀ ਗੱਲ ਕਰੇ ਕਿ ਪ੍ਰਾਪਰਟੀ ਟੈਕਸ ਨਹੀਂ ਭਰਿਆ, ਇਹ ਨਹੀਂ ਕੀਤਾ, ਉਹ ਨਹੀਂ ਕੀਤਾ, ਤੇ ਅਧਿਕਾਰੀਆਂ ਨੇ ਲੈ ਕੇ ਆਣਾ, ਇਹ ਪਾਰਸ਼ਦਾਂ ਨੇ ਚੱਕ ਕੇ ਨਹੀਂ ਲੈ ਕੇ ਆਣਾ, ਨਾ ਹੀ ਮੇਅਰ ਨੇ ਲੈ ਕੇ ਆਣਾ। ਦੂਜੇ ਪਾਸੇ ਕਾਂਗਰਸ ਦਾ ਕਹਿਣਾ ਕਿ ਇੰਨੇ ਚਿਰ ਤੋਂ ਬਹੁਤ ਸਾਰੇ ਅਜਿਹੇ ਕਰਮਚਾਰੀ ਨੇ ਜੋ ਕੰਮ ਕਰ ਰਹੇ ਨੇ, ਲੇਕਿਨ ਪਤਾ ਨਹੀਂ ਕਿਹੜੇ ਵਿਭਾਗ ਦੇ ਵਿਚਕਾਰ ਕਿਸ ਢੰਗ ਦੇ ਨਾਲ ਲੱਗੇ ਹੋਏ ਨੇ। ਬਹੁਤ ਸਾਰੀ ਅਜਿਹੀਆਂ ਚੀਜ਼ਾਂ ਨੇ ਜਿਸ ਨੂੰ ਲੈ ਕੇ ਹਜੇ ਗੱਲਬਾਤ ਹੋਣੀ ਚਾਹੀਦੀ ਹੈ। ਤੇ ਇੱਕ ਹੋਰ ਗੱਲ ਇੱਥੇ ਹਾਊਸ ਦੇ ਵਿਚਕਾਰ ਅੱਜ ਕੀਤੀ ਗਈ ਹੈ ਕਿ ਸਾਰੇ ਹੀ ਪਾਰਸ਼ਦ ਮਿਲ ਕੇ ਮੇਅਰ ਦੇ ਨਾਲ ਤੇ ਆਪਣੇ ਕਮਿਸ਼ਨਰ ਦੇ ਨਾਲ ਮਿਲ ਕੇ ਗਵਰਨਰ ਸਾਹਿਬ ਨਾਲ ਮੁਲਾਕਾਤ ਕਰਨਗੇ। ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਇਹ ਪਹਿਲੀ ਵਾਰ ਹੋਇਆ ਚੰਡੀਗੜ੍ਹ ਦੇ ਵਿਚਕਾਰ ਕਿ ਫਾਈਨੈਂਸ਼ੀਅਲ ਕ੍ਰਾਈਸਿਸ ਐਮਸੀ ਦੇ ਵਿਚਕਾਰ ਨਜ਼ਰ ਆਏ ਨੇ। ਕੋਈ ਹੱਲ ਕੱਢਿਆ ਹੋਵੇ ਨਾ ਹੋਵੇ। कैमरामैन गणेश के नाल नीरू विजरमान, दैनिक सवेरा टीवी। देश दुनिया की हर खबर सबसे पहले देखने के लिए फॉलो करें दैनिक सवेरा टीवी, YouTube, Facebook,
इंस्टाग्राम, एक्स और व्हाट्सएप चैनल पर।